ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਪੰਜਾਬੀ ਦੀ ਆਨਲਾਈਨ ਕਲਾਸ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪਿਛਲੀ ਜਮਾਤ ਵਿੱਚ ਅਸੀਂ ਮਦਰ ਟੈਰੇਸਾ ਬਾਰੇ ਪੜ੍ਹਿਆ ਸੀ ਅਤੇ ਅਸੀਂ ਪਾਠ ਨੂੰ 2 ਭਾਗਾਂ ਵਿੱਚ ਵੰਡਿਆ ਸੀ। ਪਹਿਲੇ ਭਾਗ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਮਦਰ ਟੈਰੇਸਾ ਇੱਕ ਪ੍ਰਸਿੱਧ ਸਮਾਜ ਸੇਵਿਕਾ ਸਨ। ਉਹਨਾਂ ਨੇ ਗਰੀਬਾਂ, ਮਾਸੂਮਾਂ, ਅਨਾਥਾਂ, ਅਪਾਹਜਾਂ ਅਤੇ ਬੇਸਹਾਰਿਆਂ ਨੂੰ ਮਾਂ ਵਰਗੀ ਮਮਤਾ ਦਿੱਤੀ। ਉਹਨਾਂ ਨੂੰ ਜੀਵਨ ਜਾਚ ਸਿਖਾਈ ਅਤੇ ਆਤਮ ਨਿਰਭਰ ਹੋਣ ਦੀ ਸਿੱਖਿਆ ਵੀ ਦਿੱਤੀ। ਮਦਰ ਟੈਰੇਸਾ ਦਾ ਜਨਮ 27 ਅਗਸਤ 1910 ਈਸਵੀ ਨੂੰ ਯੂਗੋਸਲਾਵੀਆ ਵਿਖੇ ਹੋਇਆ ਸੀ ਅਤੇ ਉਹ ਗਰੀਬਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ। 12 ਵਰ੍ਹਿਆਂ ਦੀ ਉਮਰ ਵਿੱਚ ਉਹਨਾਂ ਨੂੰ ਈਸਾਈ ਮਿਸ਼ਨ ਦੀ ਇਹ ਜਾਣਕਾਰੀ ਮਿਲੀ ਸੀ ਕਿ ਕਿਸ ਤਰ੍ਹਾਂ ਇਹ ਸੰਸਥਾ ਗਰੀਬ, ਲਾਚਾਰ ਅਤੇ ਬੇਸਹਾਰਿਆਂ ਦੀ ਮਦਦ ਕਰਦੀ ਹੈ। ਉਹਨਾਂ ਨੇ ਉਸੇ ਵਕਤ ਆਪਣੇ ਮਨ ਵਿੱਚ ਦ੍ਰਿੜ ਇਰਾਦਾ ਕਰ ਲਿਆ ਕਿ ਵੱਡੇ ਹੋ ਕੇ ਉਹ ਆਪਣਾ ਸਾਰਾ ਜੀਵਨ ਦੀਨ ਦੁਖੀਆਂ ਦੀ ਮਦਦ ਵਿੱਚ ਬਿਤਾਉਣਗੇ ਅਤੇ ਇਸ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਇਰਾਦਾ ਸੀ ਉਹ ਹੋਰ ਵੀ ਪੱਕਾ ਹੁੰਦਾ ਗਿਆ। ਇਸ ਤਰ੍ਹਾਂ ਆਪ ਜੀ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਮਦਰ ਟੈਰੇਸਾ ਇੱਕ ਕੌਣ ਸਨ? ਨਿਰਸੁਆਰਥ ਰੂਪ ਵਿੱਚ ਮਾਨਵਤਾ ਦੀ ਸੇਵਾ ਕਰਨ ਵਾਲੇ ਸ਼ਖਸੀਅਤ ਸਨ। ਮਦਰ ਟੈਰੇਸਾ ਵਰਗੇ ਮਹਾਨ ਸਮਾਜ ਸੇਵਕ ਆਧੁਨਿਕ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਆਓ ਹੁਣ ਇਸੀ ਪਾਠ ਨੂੰ ਜਾਰੀ ਕਰਦੇ ਹੋਏ ਅਸੀਂ ਦੂਜੇ ਭਾਗ ਤੋਂ ਸ਼ੁਰੂ ਕਰ ਰਹੇ ਹਾਂ। ਉਹਨਾਂ ਨੇ ਬੰਗਾਲ ਦੇ ਮਿਸ਼ਨਰੀਆਂ ਦੁਆਰਾ ਲਿਖੀਆਂ ਕਿਤਾਬਾਂ ਪੜ੍ਹੀਆਂ ਤਾਂ ਉਹਨਾਂ ਦੇ ਮਨ ਵਿੱਚ ਕੀ ਹੋਇਆ? ਭਾਰਤ ਆਉਣ ਦੀ ਜਿਗਿਆਸਾ ਉੱਠੀ। ਜਿਗਿਆਸਾ ਕੀ ਹੈ? ਇੱਛਾ। ਉਹਨਾਂ ਦਾ ਮਨ ਹੋਇਆ ਕਿ ਮੈਂ ਕਿਉਂ ਨਾ ਭਾਰਤ ਵਿੱਚ ਜਾ ਕੇ ਇਹ ਸਾਰਾ ਕੰਮ ਸ਼ੁਰੂ ਕਰਾਂ ਤਾਂ ਕਿ ਬਾਕੀ ਲੋਕਾਂ ਨੂੰ ਵੀ ਇਸ ਦਾ ਬਹੁਤ ਹੀ ਲਾਹਾ ਮਿਲ ਜਾਏ। ਉਹ 6 ਜਨਵਰੀ 1929 ਵਿੱਚ ਪਹਿਲੀ ਵਾਰ ਭਾਰਤ ਦੇ ਮਸ਼ਹੂਰ ਸ਼ਹਿਰ ਕਿੱਥੇ ਆ ਗਏ? ਕਲਕੱਤਾ ਵਿਖੇ ਪੁੱਜੇ। ਉੱਥੇ ਪੁੱਜਣ ਮਤਲਬ ਪਹੁੰਚਣ ਤੋਂ ਉਪਰੰਤ ਬਾਅਦ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਇੱਕ ਮਿਸ਼ਨਰੀ ਸਕੂਲ ਸੇਂਟ ਮੇਰੀ ਹਾਈ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਉਹ ਇੱਕ ਸਕੂਲ ਵਿੱਚ ਪਹੁੰਚ ਕੇ ਸੇਂਟ ਮੇਰੀ ਹਾਈ ਸਕੂਲ ਅਤੇ ਉੱਥੇ ਉਹਨਾਂ ਨੇ ਅਧਿਆਪਿਕਾ ਦੇ ਤੌਰ 'ਤੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਕੁਝ ਸਾਲਾਂ ਬਾਅਦ ਇਸੇ ਸਕੂਲ ਦੇ ਮੁਖੀ ਵਜੋਂ ਵੀ ਕੰਮ ਕੀਤਾ। ਮੁਖੀ ਕੌਣ ਹੈ? ਜਿਸਨੂੰ ਅਸੀਂ ਮੁੱਖ ਅਧਿਆਪਕ ਜੀ ਕਹਿ ਸਕਦੇ ਹਾਂ। ਉਹਨਾਂ ਨੇ ਉਸ ਤੋਂ ਬਾਅਦ ਇੱਕ ਮੁਖੀ ਵਜੋਂ ਵੀ ਉਸ ਸਕੂਲ ਵਿੱਚ ਕੰਮ ਕੀਤਾ। ਉਹਨਾਂ ਦੇ ਭਾਰਤ ਆਉਣ ਦਾ ਅਸਲੀ ਮੰਤਵ ਦਾ ਕੀ ਅਰਥ ਹੈ? ਮੰਤਵ, ਉਦੇਸ਼। ਉਹਨਾਂ ਦਾ ਅਸਲੀ ਮੰਤਵ ਕੀ ਸੀ? ਮਾਨਵਤਾ ਦੀ ਸੇਵਾ ਕਰਨੀ ਸੀ, ਜੋ ਸਕੂਲ ਦੀ 4 ਦੀਵਾਰੀ ਵਿੱਚ ਰਹਿੰਦਿਆਂ ਪੂਰਾ ਹੁੰਦਾ ਨਹੀਂ ਦਿਸਦਾ ਸੀ। ਉਹਨਾਂ ਨੇ ਸੋਚਿਆ ਕਿ ਜੇ ਮੈਂ ਸਕੂਲ ਵਿੱਚ ਹੀ ਰਹਿ ਗਈ ਤਾਂ ਮੈਂ ਆਪਣੇ ਮੰਤਵ ਨੂੰ, ਉਦੇਸ਼ ਨੂੰ, ਜੋ ਮੇਰੇ ਦਿਮਾਗ ਵਿੱਚ ਹੈ, ਮਨ ਵਿੱਚ ਹੈ, ਮੇਰੀ ਇੱਛਾ ਹੈ, ਮੈਂ ਉਸ ਇੱਛਾ ਨੂੰ ਪੂਰੀ ਨਹੀਂ ਕਰ ਸਕਾਂਗੀ। ਇਸ ਲਈ ਉਹਨਾਂ ਨੇ ਕੁਝ ਹੋਰ ਸੋਚਿਆ। 1946 ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਹਨਾਂ ਨੇ ਆਪਣੇ ਇਰਾਦੇ ਨੂੰ ਸਾਰਥਕ ਰੂਪ ਦਿੱਤਾ। ਸਾਰਥਕ ਦਾ ਅਰਥ ਹੈ ਇਰਾਦੇ ਨੂੰ ਜੋ ਉਹ ਚਾਹੁੰਦੇ ਸਨ ਉਹ ਸ਼ੁਰੂ ਕਰ ਦਿੱਤਾ। ਸੇਵਾ ਭਾਵਨਾ ਦਾ ਇਹ ਫੈਸਲਾ, ਇਹ ਨਿਰਣਾ ਉਹਨਾਂ ਨੇ 10 ਸਤੰਬਰ ਨੂੰ ਹੀ ਕੀਤਾ ਸੀ। ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਮੈਂ ਗਰੀਬਾਂ ਅਤੇ ਬੇਸਹਾਰਿਆਂ ਦੀ ਮਦਦ ਕਰਨੀ ਹੈ ਅਤੇ ਉਹਨਾਂ ਨੇ ਇਹ ਕੰਮ 10 ਸਤੰਬਰ ਨੂੰ ਕੀਤਾ ਸੀ। ਇਸ ਲਈ ਅੱਜ ਵੀ ਇਹ ਦਿਨ ਪ੍ਰੇਰਨਾ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਪ੍ਰੇਰਨਾ ਦਿਵਸ ਦੇ ਰੂਪ ਵਿੱਚ ਹਰ ਸਾਲ ਇਹ ਦਿਨ ਅੱਜ ਵੀ ਮਨਾਇਆ ਜਾਂਦਾ ਹੈ। 1947 ਵਿੱਚ ਉਹਨਾਂ ਨੇ ਕਲਕੱਤਾ ਦੇ ਝੁੱਗੀ ਝੌਂਪੜੀ ਖੇਤਰ ਵਿੱਚ ਪਹਿਲਾ ਸਕੂਲ ਖੋਲ੍ਹਿਆ। ਇਸ ਤੋਂ ਇਲਾਵਾ ਸਰੀਰਕ ਅਤੇ ਮਾਨਸਿਕ ਰੋਗੀਆਂ ਲਈ ਕਲਕੱਤੇ ਵਿੱਚ ਇੱਕ ਨਿਰਮਲ ਹੋਮ ਦੀ ਵੀ ਸ਼ੁਰੂਆਤ ਕੀਤੀ ਉਹਨਾਂ ਨੇ। ਮਿਸ਼ਨਰੀ ਆਫ ਚੈਰਿਟੀ ਦਾ ਮੁੱਖ ਦਫ਼ਤਰ ਇੱਥੇ ਹੈ, ਜੋ 24 ਘੰਟੇ ਗਰੀਬਾਂ, ਲੋੜਵੰਦਾਂ ਅਤੇ ਬੇਸਹਾਰਿਆਂ ਦੀ ਮਦਦ ਲਈ
ਖੁੱਲ੍ਹਾ ਰਹਿੰਦਾ ਹੈ। ਬੇਸਹਾਰੇ ਕੌਣ ਹੈ? ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ, ਗਰੀਬ ਜਿਨ੍ਹਾਂ ਕੋਲ ਕੋਈ ਪੈਸਾ ਨਹੀਂ ਹੈ, ਲੋੜਵੰਦ ਜਿਨ੍ਹਾਂ ਨੂੰ ਬਹੁਤ ਲੋੜ ਹੈ, ਨੀਡੀ ਪੀਪਲ ਨੇ, ਜ਼ਰੂਰਤਮੰਦ ਹੈ ਉਹਨਾਂ ਲੋਕਾਂ ਨੂੰ, ਅਤੇ ਬੇਸਹਾਰਿਆਂ ਦੀ ਮਦਦ ਲਈ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ, ਕੋਈ ਪਰਿਵਾਰ ਨਹੀਂ ਹੈ, ਕੁਛ ਨਹੀਂ ਹੈ, ਇਕੱਲੇ ਨੇ ਬਿਲਕੁਲ ਹੀ, ਤਾਂ ਉਹਨਾਂ ਦੀ ਮਦਦ ਲਈ ਖੁੱਲ੍ਹਾ ਰਹਿੰਦਾ ਹੈ। ਇਸ ਤੋਂ ਬਾਅਦ ਮਿਸ਼ਨਰੀ ਆਫ ਚੈਰਿਟੀ ਦੀਆਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ, ਵੱਖ-ਵੱਖ ਦਾ ਭਾਵ ਹੈ ਅਲੱਗ-ਅਲੱਗ ਦੇਸ਼ਾਂ ਵਿੱਚ ਸ਼ਾਖਾਵਾਂ ਵੀ ਖੋਲ੍ਹੀਆਂ ਗਈਆਂ। ਸ਼ਾਖਾਵਾਂ ਦਾ ਜਿਹਨੂੰ ਤੁਸੀਂ ਇੰਗਲਿਸ਼ ਵਿੱਚ ਕਹਿੰਦੇ ਹੋ ਬ੍ਰਾਂਚਿਸ, ਇਹਨਾਂ ਦੀਆਂ ਹੋਰ ਸ਼ਾਖਾਵਾਂ ਵੀ ਖੋਲ੍ਹੀਆਂ ਗਈਆਂ। ਅੱਜ ਵੀ ਬਹੁਤ ਸਾਰੇ ਹਸਪਤਾਲ ਅਨਾਥ ਬੱਚਿਆਂ ਲਈ ਘਰ, ਬੇਸਹਾਰਾ ਬਜ਼ੁਰਗਾਂ ਦੇ ਰਹਿਣ ਲਈ ਘਰ ਮੌਜੂਦ ਹਨ, ਜੋ ਮਦਰ ਟੈਰੇਸਾ ਦੀ ਮਹਾਨ ਸੋਚ ਦਾ ਹੀ ਸਿੱਟਾ ਹਨ। ਸਿੱਟਾ ਕੀ ਹੈ? ਨਤੀਜਾ, ਰਿਜ਼ਲਟ ਹਨ। ਉਹਨਾਂ ਕਰਕੇ ਹੀ ਇਹ ਸਾਰਾ ਕੁਝ ਸੰਭਵ ਹੋ ਸਕਿਆ ਹੈ ਕਿ ਉਹਨਾਂ ਨੇ ਬੇਸਹਾਰਾ ਬਜ਼ੁਰਗਾਂ ਲਈ ਵੀ, ਬਜ਼ੁਰਗ ਕੀ ਨੇ? ਓਲਡ ਪੀਪਲ, ਉਹਨਾਂ ਵਾਸਤੇ ਵੀ ਉਹਨਾਂ ਨੇ ਘਰ ਬਣਾਏ। ਉਹਨਾਂ ਨੇ ਮਨੁੱਖਤਾ ਦੀ ਸੇਵਾ ਨਿਰਸਵਾਰਥ ਕੀ ਹੈ? ਬਿਨਾਂ ਕਿਸੇ ਸਵਾਰਥ ਤੋਂ ਕੀਤੀ, ਜਿਹਨੂੰ ਤੁਸੀਂ ਕਹਿੰਦੇ ਹੋ ਸੈਲਫਲੈਸਲੀ, ਨਿਸਵਾਰਥ ਹੋ ਕੇ ਕੀਤੀ। ਪਰ ਅੱਜ ਮਨੁੱਖਤਾ ਨਾਲ ਪ੍ਰੇਮ ਕਰਨ ਵਾਲਾ ਹਰ ਵਿਅਕਤੀ ਉਹਨਾਂ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦਾ ਹੈ। ਸਰੋਤ ਕੀ ਹੈ? ਸੋਮਾ, ਉਹਨਾਂ ਨੂੰ ਆਪਣਾ ਸੋਰਸ ਮੰਨਦਾ ਹੈ ਮਦਰ ਟੈਰੇਸਾ ਤੋਂ ਪ੍ਰੇਰਨਾ ਲੈ ਕੇ। ਮਨੁੱਖਤਾ ਦੀ ਸੇਵਾ ਕਰਨ ਵਿੱਚ ਉਹਨਾਂ ਨੂੰ ਆਨੰਦ ਮਿਲਦਾ ਸੀ। ਆਨੰਦ ਦਾ ਭਾਵ ਹੈ ਬੜਾ ਚੰਗਾ ਲੱਗਦਾ ਸੀ, ਉਹਨਾਂ ਨੂੰ ਖੁਸ਼ੀ ਮਿਲਦੀ ਸੀ। ਇਸ ਸੇਵਾ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਉਹਨਾਂ ਨੂੰ ਪੁਰਸਕਾਰ ਮਿਲਿਆ, ਬਹੁਤ ਵੱਡਾ ਐਵਾਰਡ ਹੈ ਜਿਹੜਾ ਉਹਨਾਂ ਨੂੰ ਮਿਲਿਆ, ਪਦਮ ਸ਼੍ਰੀ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ, ਉਹਨਾਂ ਨੂੰ ਆਨਰ ਕੀਤਾ ਗਿਆ। 1964 ਵਿੱਚ ਪੋਪ ਪਾਲ ਨੇ ਭਾਰਤ ਯਾਤਰਾ ਦੌਰਾਨ ਆਪਣੀ ਕਾਰ ਮਦਰ ਟੈਰੇਸਾ ਨੂੰ ਭੇਂਟ ਕਰਤੀ, ਉਪਹਾਰ ਕਰ ਦਿੱਤੀ, ਐਜ਼ ਏ ਗਿਫਟ ਉਹਨਾਂ ਨੂੰ ਦੇ ਦਿੱਤੀ। ਬਾਅਦ ਵਿੱਚ ਇਸ ਕਾਰ ਦੀ ਨਿਲਾਮੀ ਕਰਵਾਈ ਗਈ ਅਤੇ ਇਸ ਤੋਂ ਪ੍ਰਾਪਤ ਧਨ ਰਾਸ਼ੀ ਨਾਲ ਜੋ ਵੀ ਪੈਸੇ ਮਿਲੇ, ਉਸ ਨਾਲ ਮਦਰ ਟੈਰੇਸਾ ਨੇ ਕੋੜੀਆਂ ਲਈ, ਕੋੜੀ ਕੌਣ ਹੁੰਦੇ ਨੇ? ਜਿਨ੍ਹਾਂ ਨੂੰ ਸਕਿਨ ਦੀਆਂ ਬਿਮਾਰੀਆਂ ਹੁੰਦੀਆਂ ਨੇ, ਉਹਨਾਂ ਨੂੰ ਤਵਚਾ ਦੇ ਰੋਗ ਹੁੰਦੇ ਨੇ, ਉਹਨਾਂ ਨੂੰ ਕੋੜੀਆਂ ਵਾਸਤੇ ਕੀ ਕੀਤਾ? ਇੱਕ ਬਸਤੀ ਬਣਵਾਈ। ਕਿਉਂਕਿ ਜਿਹੜੇ ਵੀ ਕੋੜੀ ਹੁੰਦੇ ਸਨ ਉਹਨਾਂ ਕੋਲ ਕੋਈ ਨਹੀਂ ਜਾਂਦਾ ਸੀ, ਲੋਕਾਂ ਨੂੰ ਡਰ ਹੁੰਦਾ ਸੀ ਜੇ ਅਸੀਂ ਇਹਨਾਂ ਦੇ ਕੋਲ ਗਏ ਸਾਨੂੰ ਵੀ ਇਹ ਬਿਮਾਰੀ ਹੋ ਜਾਏਗੀ, ਛੂਤ ਦੀ ਬਿਮਾਰੀ ਜਿਹਨੂੰ ਕਹਿੰਦੇ ਨੇ ਉਹ ਹੋ ਸਕਦੀ ਸੀ। ਇਸ ਕਰਕੇ ਉਹਨਾਂ ਨੇ ਉਹਨਾਂ ਕੁੜੀਆਂ ਵਾਸਤੇ ਬਸਤੀ ਬਣਵਾਈ। 19 ਦਸੰਬਰ 1989 ਵਿੱਚ ਉਹਨਾਂ ਨੂੰ ਸੰਸਾਰ ਦਾ ਸਰਵ ਉੱਤਮ ਪੁਰਸਕਾਰ, ਸਰਵ ਉੱਤਮ ਕੀ ਹੈ? ਸਭ ਤੋਂ ਸ੍ਰੇਸ਼ਟ, ਸਭ ਤੋਂ ਬੈਸਟ, ਜਿਹੜਾ ਸਭ ਤੋਂ ਵੱਡਾ ਜਿਹੜਾ ਪੁਰਸਕਾਰ ਹੈ, ਨੋਬਲ ਪੁਰਸਕਾਰ ਮਿਲਿਆ। ਇਸ ਤੋਂ ਬਿਨਾਂ ਸੰਸਾਰ ਦੀਆਂ ਕਈ ਯੂਨੀਵਰਸਿਟੀਆਂ ਨੇ ਮਦਰ ਟੈਰੇਸਾ ਨੂੰ ਡਾਕਟਰੇਟ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ। ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਕਈਆਂ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਡਾਕਟਰੇਟ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ, ਉਹਨਾਂ ਦਾ ਆਨਰ ਕੀਤਾ, ਉਹਨਾਂ ਨੂੰ ਇੱਜ਼ਤ ਮਾਣ ਦਿੱਤਾ। ਪੁਰਸਕਾਰਾਂ ਤੋਂ ਪ੍ਰਾਪਤ ਹੋਈ, ਜੋ ਵੀ ਉਹਨਾਂ ਨੂੰ ਪੁਰਸਕਾਰ ਮਿਲੇ ਸੀ, ਉਹਨਾਂ ਤੋਂ ਪ੍ਰਾਪਤ ਹੋਈ ਪੂਰੀ ਰਾਸ਼ੀ ਦਾ ਮਤਲਬ ਹੈ ਜੋ ਵੀ ਪੈਸੇ ਉਹਨਾਂ ਨੂੰ ਮਿਲੇ ਸਨ, ਉਹਨਾਂ ਨੇ ਆਸ਼ਰਮਾਂ ਦੀ ਉਸਾਰੀ ਲਈ ਲਾ ਦਿੱਤੀ। ਜੋ ਵੀ ਪੈਸੇ ਉਹਨਾਂ ਨੂੰ ਮਿਲੇ ਸੀ ਉਹਨਾਂ ਨੇ ਆਪਣੇ 'ਤੇ ਖਰਚ ਨਹੀਂ ਕੀਤੇ, ਉਹ ਵੀ ਪੈਸੇ ਉਹਨਾਂ ਨੇ ਲੋਕਾਂ ਦੀ ਆਸ਼ਰਮ ਦੀ ਉਸਾਰੀ 'ਤੇ ਲੋਕਾਂ ਦੇ ਕਲਿਆਣ ਲਈ ਲਗਾ ਦਿੱਤੇ। 5 ਸਤੰਬਰ 1997 ਵਿੱਚ ਮਦਰ ਟੈਰੇਸਾ ਦੇ ਦਿਲ ਦੀ ਧੜਕਣ ਬੰਦ ਹੋ ਗਈ। ਕੀ ਮਤਲਬ ਹੈ ਇਸ ਦਾ? ਭਾਵ ਕਿ ਉਹਨਾਂ ਦੀ ਮੌਤ ਹੋ ਗਈ। ਸੰਸਾਰ ਭਰ ਦੇ ਲੋਕਾਂ ਨੇ ਨਮ ਅੱਖਾਂ ਨਾਲ, ਨਮ ਕੀ ਨੇ? ਹੰਝੂ ਨਾਲ ਭਰੀਆਂ ਹੋਈਆਂ, ਗਿੱਲੀਆਂ ਅੱਖਾਂ ਨਾਲ, ਨਮ ਗਿੱਲੀਆਂ ਅੱਖਾਂ ਨਾਲ, ਇਸ ਦਾ ਇਹ ਭਾਵ ਹੈ ਕਿ ਸਾਰੇ ਬਹੁਤ ਰੋ ਰਹੇ ਸੀ, ਅੱਖਾਂ ਗਿੱਲੀਆਂ ਸੀ ਇਸ ਮਹਾਨ ਸ਼ਖਸੀਅਤ ਦੇ ਜਾਣ ਨਾਲ। ਇਸ ਮਹਾਨ ਸ਼ਖਸੀਅਤ ਨੂੰ ਅਲਵਿਦਾ ਕਿਹਾ। ਉਹਨਾਂ ਦੀਆਂ ਅੰਤਿਮ ਰਸਮਾਂ ਪੂਰੇ ਸਰਕਾਰੀ ਸਨਮਾਨ ਨਾਲ ਨਿਭਾਈਆਂ ਗਈਆਂ। ਉਹਨਾਂ ਦੀ ਦੇਹ ਕੀ ਹੈ? ਸਰੀਰ। ਉਹਨਾਂ ਦੀ ਦੇਹ ਨੂੰ ਨੀਲੇ ਬਾਰਡਰ ਵਾਲੀ ਸਫੇਦ ਸਾੜੀ ਪਾ ਕੇ ਮਦਰ ਹਾਊਸ ਵਿੱਚ ਦਫਨਾਇਆ ਗਿਆ। ਤੁਸੀਂ ਦੇਖਿਆ ਹੋਏਗਾ ਮਦਰ ਟੈਰੇਸਾ ਦੇ ਜਿੰਨੀ ਵੀ ਸੰਸਥਾਵਾਂ ਨੇ, ਸਾਰਿਆਂ ਨੇ ਇੱਕੋ ਜਿਹੇ ਕੱਪੜੇ, ਇੱਕੋ ਜਿਹੀਆਂ ਸਾੜੀਆਂ ਪਾਈਆਂ ਹੁੰਦੀਆਂ, ਚਿੱਟੇ ਰੰਗ ਦੀਆਂ ਸਾੜੀਆਂ, ਅਤੇ ਉਹਨਾਂ 'ਤੇ ਨੀਲੇ ਰੰਗ ਦਾ ਬਾਰਡਰ ਹੁੰਦਾ, ਤਾਂ ਉਸੇ ਸਾੜੀ ਵਿੱਚ ਉਹਨਾਂ ਨੂੰ ਪਾ ਕੇ ਉਹਨਾਂ ਨੂੰ ਦਫਨਾਇਆ ਗਿਆ ਸੀ।
ਵਿਸ਼ਵ ਭਰ ਦੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੱਖਾਂ ਵਿਅਕਤੀਆਂ ਦੀ ਸੋਚ ਵਿੱਚ ਉਹ ਅੱਜ ਵੀ ਅਮਰ ਹਨ। ਅਮਰ ਦਾ ਕੀ ਮਤਲਬ ਹੈ? ਅਮਰ ਜੋ ਕਦੇ ਨਹੀਂ ਮਰਦੇ, ਜੋ ਹਮੇਸ਼ਾ ਅਮਰ ਰਹਿੰਦੇ ਹਨ, ਜੋ ਕਦੇ ਮਰ ਨਾ ਸਕੇ। ਉਹ ਅੱਜ ਸਾਡੇ ਵਿੱਚ ਨਹੀਂ ਹਨ, ਲੇਕਿਨ ਅੱਜ ਵੀ ਸਾਡੇ ਨਾਲ ਹਨ। ਉਹਨਾਂ ਦੀਆਂ ਯਾਦਾਂ ਅਮਰ ਨੇ, ਉਹ ਕਦੇ ਨਹੀਂ ਮਰਨਗੇ, ਉਹ ਹਮੇਸ਼ਾ ਹੀ ਜਿਉਂਦੇ ਰਹਿਣਗੇ। ਉਹ ਅੱਜ ਵੀ ਅਮਰ ਹਨ ਅਤੇ ਰਹਿਣਗੇ। ਸੋ ਬੱਚਿਓ, ਇਸ ਪਾਠ ਵਿੱਚ ਤੁਸੀਂ ਕੀ ਪੜ੍ਹਿਆ ਕਿ ਮਦਰ ਟੈਰੇਸਾ ਜਿਹੜੀ ਸੀ ਉਹ ਇੱਕ ਮਹਾਨ ਸ਼ਖਸੀਅਤ ਸੀ, ਮਹਾਨ ਸਮਾਜ ਸੇਵਿਕਾ ਸੀ। ਸਮੁੱਚੇ ਰੂਪ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਮਦਰ ਟੈਰੇਸਾ ਦਾ ਜੀਵਨ ਇੱਕ ਵਿਅਕਤੀਗਤ ਜੀਵਨ ਨਹੀਂ, ਸਗੋਂ ਇੱਕ ਸੰਸਥਾ ਦਾ ਜੀਵਨ ਹੈ। ਇਹ ਜੀਵਨ ਨਿਰੰਤਰ ਅਪਾਹਜਾਂ, ਬੇਸਹਾਰਿਆਂ, ਰੋਗੀਆਂ, ਅਨਪੜ੍ਹਾਂ, ਦਲਿਤਾਂ, ਬਿਰਧ ਪੁਰਸ਼ਾਂ, ਕੁਸ਼ਟ ਰੋਗੀਆਂ ਅਤੇ ਹੋਰ ਅਨੇਕਾਂ ਲੋੜਵੰਦਾਂ ਮਾਨਸਿਕ ਰੋਗੀਆਂ ਦੀ ਸੇਵਾ ਵਿੱਚ ਲਗਾਤਾਰ ਗਤੀਸ਼ੀਲ ਹੈ। ਮਾਂ ਟੈਰੇਸਾ ਵਰਗੀਆਂ ਮਹਾਨ ਆਤਮਾਵਾਂ ਵਿਸ਼ਵ ਵਿੱਚ ਕਦੇ ਕਦੇ ਹੀ ਪੈਦਾ ਹੁੰਦੀਆਂ ਹਨ। ਸੋ ਸਾਨੂੰ ਇਹਨਾਂ ਦੀ ਜੀਵਨ ਤੋਂ ਸੀਖ ਲੈਣੀ ਚਾਹੀਦੀ ਹੈ ਅਤੇ ਸਾਨੂੰ ਵੀ ਆਪਣੇ ਮਨ ਵਿੱਚ ਸੇਵਾ ਦੀ ਭਾਵਨਾ ਉਜਾਗਰ ਕਰਨੀ ਚਾਹੀਦੀ ਹੈ। ਲੋੜਵੰਦਾਂ ਦੀ ਸਹਾਇਤਾ ਕਰਕੇ ਅਸੀਂ ਨਾ ਸਿਰਫ ਉਹਨਾਂ ਲੋੜਵੰਦਾਂ ਨੂੰ ਖੁਸ਼ੀ ਪ੍ਰਦਾਨ ਕਰ ਸਕਦੇ ਹਾਂ, ਸਗੋਂ ਸਾਡੇ ਮਨ ਨੂੰ ਵੀ ਸੱਚੀ ਖੁਸ਼ੀ ਅਤੇ ਸਕੂਨ ਮਿਲਦਾ ਹੈ। ਇਸ ਪਾਠ ਨਾਲ ਸੰਬੰਧਿਤ ਕੋਈ ਵੀ ਤੁਹਾਡੀ ਸ਼ੰਕਾ ਹੋਵੇ, ਤੁਸੀਂ WhatsApp ਗਰੁੱਪ 'ਤੇ ਪੁੱਛ ਸਕਦੇ ਹੋ ਅਤੇ ਇਸ ਨਾਲ ਸੰਬੰਧਿਤ ਮੈਂ ਵਰਕਸ਼ੀਟ ਵੀ ਭੇਜ ਰਹੀ ਹਾਂ। ਉਹ ਵਰਕਸ਼ੀਟ ਤੁਸੀਂ ਆਪਣੀ ਪੰਜਾਬੀ ਦੀ ਕਾਪੀਆਂ ਵਿੱਚ ਹੀ ਕਰਨੀ ਹੈ। ਮੈਨੂੰ ਉਮੀਦ ਹੈ ਤੁਹਾਨੂੰ ਪਾਠ ਸਮਝ ਆ ਗਿਆ ਹੋਵੇਗਾ। ਧੰਨਵਾਦ।